ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਇਹ ਇੱਕ ਐਸੀ ਬਾਣੀ ਹੈ ਜਿਸ ਨੂੰ ਹਰ ਰੋਜ਼ ਪੜ੍ਹਿਆ ਵੀ ਜਾਂਦਾ ਹੈ, ਵਿਚਾਰਿਆ ਵੀ ਜਾਂਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜਪਜੀ ਸਾਹਿਬ ਹੀ ਇੱਕ ਐਸੀ ਬਾਣੀ ਹੈ ਜਿਸ ਤੇ ਸਭ ਤੋਂ ਵੱਧ ਟੀਕੇ ਹੋਏ ਹਨ ਅਤੇ ਬਹੁਤ ਸਾਰੀਆਂ ਬੋਲੀਆਂ ਦੇ ਅੰਦਰ ਹੋਏ ਹਨ। ਇਸ ਅਨਮੋਲ ਬਾਣੀ ਨੂੰ ਕੋਈ ਜਿੰਨਾ ਜ਼ਿਆਦਾ ਵਿਚਾਰਦਾ ਜਾਂਦਾ ਹੈ ਉਨਾ ਜ਼ਿਆਦਾ ਉਹ ਆਪਣੇ ਆਪ ਨੂੰ ਨਿਖਾਰਦਾ ਜਾਂਦਾ ਹੈ ਅਤੇ ਅਕਾਲ ਪੁਰਖ ਦੇ ਨੇੜੇ ਹੋ ਜਾਂਦਾ ਹੈ। ਅਤੇ ਅੱਜ ਅਸੀਂ ਸਾਰੇ ਮਿਲ ਕੇ ਇਸ ਪਾਵਨ ਬਾਣੀ ਦੀ ਵਿਚਾਰਨ ਦੀ ਨਿਮਾਣੀ ਜੀ ਕੋਸ਼ਿਸ਼ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਨ ਜਾ ਰਹੇ ਹਾਂ। ਇਸ ਨੂੰ ਵਿਚਾਰਨ ਲਈ ਅਸੀਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਟੀਕੇ ਦਾ ਸਹਾਰਾ ਲਵਾਂਗੇ। ਤਾਂ ਸਭ ਤੋਂ ਪਹਿਲਾਂ ਮੂਲ ਮੰਤਰ ਆਉਂਦਾ ਹੈ, ਉਸ ਨੂੰ ਪੜ੍ਹਦੇ ਹਾਂ। ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਭ ਤੋਂ ਪਹਿਲਾ ਅੱਖਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਦਾ ਹੈ ਉਹ ਹੈ ਇੱਕ, ਗਿਣਤੀ ਵਾਲਾ ਇੱਕ। ਉਸ ਤੋਂ ਬਾਅਦ ਹੈ ਓੰ, ਜਿਸ ਦਾ ਅਰਥ ਕੀਤਾ ਗਿਆ ਹੈ ਬ੍ਰਹਮ, ਭਾਵ ਉਹ ਹਸਤੀ, ਉਹ ਸ਼ਕਤੀ ਜੋ ਇੱਕ ਹੈ, ਜੋ ਹਰ ਪਾਸੇ ਹੈ, ਜਿਸ ਇੱਕ ਤੋਂ ਸਭ ਕੁਝ ਬਣਿਆ ਹੈ। ਅਤੇ ਤੀਸਰਾ ਅੱਖਰ ਜੋ ਓੰਗ ਦੇ ਉੱਪਰ ਹੈ ਉਸ ਨੂੰ ਕਾਰ ਕਹਿੰਦੇ ਹਨ, ਜਿਸ ਤੋਂ ਭਾਵ ਹੈ ਇੱਕ ਰਸ, ਜਿਸ ਵਿੱਚ ਤਬਦੀਲੀ ਨਾ ਆਵੇ। ਸੋ ਪੂਰੇ ਸ਼ਬਦ ਦਾ ਅਰਥ ਹੈ ਕਿ ਇੱਕ ਅਕਾਲ ਪੁਰਖ ਜੋ ਇੱਕ ਰਸ ਵਿਆਪਕ ਹੈ, ਭਾਵ ਜੋ ਹਰ ਜਗ੍ਹਾ ਹੈ, ਸਦਾ ਤੋਂ ਸੀ ਅਤੇ ਸਦਾ ਰਹੇਗਾ। ਗੁਰੂ ਪਿਆਰਿਓ, ਅਕਾਲ ਪੁਰਖ ਕੌਣ ਹੈ, ਕੀ ਇਸ ਦਾ ਨਾਮ ਹੈ, ਉਸ ਦੇ ਅੰਦਰ ਕਿਹੜੇ ਗੁਣ ਹਨ, ਉਹ ਕਰਦਾ ਕੀ ਹੈ, ਇਹਨਾਂ ਸਾਰੇ ਸਵਾਲਾਂ ਨੂੰ ਮੂਲ ਮੰਤਰ ਅੰਦਰ ਗੁਰੂ ਸਾਹਿਬ ਨੇ ਸਮਝਾਇਆ ਹੈ। ਅਤੇ ਇੱਕ ਗੱਲ ਹੋਰ ਕਿ ਜੋ ਇੱਕ ਓੰਕਾਰ ਹੈ ਇਸ ਨੂੰ ਬੀਜ ਮੰਤਰ ਵੀ ਕਿਹਾ ਜਾਂਦਾ ਹੈ। ਕਹਿਣ ਤੋਂ ਭਾਵ ਜਿਵੇਂ ਬੀਜ ਤੋਂ ਰੁੱਖ ਬਣਦਾ ਹੈ, ਇੰਜ ਹੀ ਇੱਕ ਓੰਕਾਰ ਬੀਜ ਹੈ। ਇਸ ਬੀਜ ਤੋਂ ਹੀ ਅੱਗੇ ਮੂਲ ਮੰਤਰ ਬਣਿਆ, ਮੂਲ ਮੰਤਰ ਤੋਂ ਫਿਰ ਹੋਰ ਸਾਰੀਆਂ ਬਾਣੀਆਂ ਬਣੀਆਂ, ਭਾਵ ਇਸ ਤਰ੍ਹਾਂ ਇਸ ਦਾ ਵਿਸਥਾਰ ਹੋਇਆ। ਅਤੇ ਇਸ ਬੀਜ ਤੋਂ ਨਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਹੋਈ, ਬਲਕਿ ਇਸ ਸਾਰੇ ਜਗਤ ਦੀ ਸ਼ੁਰੂਆਤ ਵੀ ਇੱਕ ਤੋਂ ਹੀ ਹੋਈ ਹੈ। ਅਤੇ ਉਸ ਇੱਕ ਤੋਂ ਹੀ ਅਸੀਂ ਸਾਰੇ ਬਣੇ। ਅਤੇ ਉਹ ਇੱਕ ਅਕਾਲ ਪੁਰਖ ਜਿਸ ਨੂੰ ਗੁਰੂ ਸਾਹਿਬ ਨਾਮ ਦੇ ਰਹੇ ਹਨ ਸਤ ਨਾਮ। ਗੁਰੂ ਪਿਆਰੇ, ਜਦੋਂ ਨਾਮ ਲੈਣ ਜਾਂ ਨਾਮ ਜਪਣ ਦੀ ਗੱਲ ਆਉਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਭਾਈ ਨਾਮ ਜਪ, ਪਰ ਕਿਹੜਾ ਨਾਮ ਜਪ? ਗੁਰੂ ਸਾਹਿਬ ਇੱਥੇ ਫਰਮਾਉਂਦੇ ਹਨ ਕਿ ਸਤ ਨਾਮ, ਭਾਵ ਉਹ ਨਾਮ ਜੋ ਸਤ ਹੈ, ਜੋ ਸੱਚਾ ਹੈ, ਜੋ ਸਦਾ ਰਹਿਣ ਵਾਲਾ ਹੈ। ਸਿਰਫ ਉਸ ਨਾਮ ਨਾਲ ਜੁੜ ਜੋ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਸਦਾ ਰਹੇਗਾ। ਜਿਵੇਂ ਅਕਾਲ ਪੁਰਖ ਲਈ ਬਹੁਤ ਸਾਰੇ ਨਾਮ ਲਏ ਜਾਂਦੇ ਹਨ ਅਤੇ ਜਿੰਨੇ ਵੀ ਨਾਮ ਲਏ ਜਾਂਦੇ ਹਨ ਉਹ ਸਾਰੇ ਹੀ ਨਾਮ ਪਿਆਰੇ ਹਨ, ਸੱਚੇ ਹਨ, ਸਤ ਹਨ, ਸਤ ਨਾਮ ਹਨ। ਗੁਰਬਾਣੀ ਵਿੱਚ ਕਈ ਜਗ੍ਹਾ ਅਕਾਲ ਪੁਰਖ ਲਈ ਵੱਖ-ਵੱਖ ਨਾਮ ਵਰਤੇ ਗਏ ਹਨ, ਜਿਵੇਂ ਕਰਤਾਰ, ਗੋਬਿੰਦ, ਰਾਮ, ਹਰੀ, ਨਿਰੰਕਾਰ, ਖੁਦਾਦ। ਪਰ ਕਈ ਜਗ੍ਹਾ ਤੇ ਸਿਰਫ ਨਾਮ ਲਿਖ ਦਿੱਤਾ ਗਿਆ ਹੈ। ਇਸ ਲਈ ਨਾਮ ਕੋਈ ਵੀ ਲਿਆ ਜਾਏ ਕੋਈ ਗੱਲ ਨਹੀਂ, ਪਰ ਨਾਮ ਉਸ ਸੱਚੇ ਦਾ ਹੀ ਲਿਆ ਜਾਣਾ ਚਾਹੀਦਾ ਹੈ ਜੋ ਸਦਾ ਰਹਿਣ ਵਾਲਾ ਹੈ, ਜੋ ਇੱਕ ਹੈ। ਜੋ ਇਸ ਤਰ੍ਹਾਂ ਦਾ ਨਾਮ ਲੈਂਦਾ ਹੈ, ਜਪਦਾ ਹੈ, ਉਹੀ ਸਹੀ ਰਸਤੇ ਤੇ ਜਾ ਰਿਹਾ ਹੈ। ਉਸ ਦੇ ਨਾਲ ਹੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਅਕਾਲ ਪੁਰਖ ਕਰਦਾ ਕੀ ਹੈ? ਕਰਤਾ, ਉਹ ਕਰਤਾ ਹੈ, ਭਾਵ ਜੋ ਵੀ ਕੁਝ ਇਸ ਜਗਤ ਅੰਦਰ ਦਿਖਾਈ ਦਿੰਦਾ ਹੈ ਉਸ ਦਾ ਕਰਤਾ ਅਕਾਲ ਪੁਰਖ ਹੀ ਹੈ। ਅਤੇ ਇਹ ਸਾਰਾ ਜਗਤ ਉਸਨੇ ਆਪਣੇ ਆਪ ਤੋਂ ਹੀ ਪੈਦਾ ਕੀਤਾ ਹੈ। ਇਸ ਲਈ ਗੁਰੂ ਸਾਹਿਬ ਕਰਤਾ ਦੇ ਨਾਲ ਇੱਕ ਹੋਰ ਸ਼ਬਦ ਜੋੜਦੇ ਹਨ, ਪੁਰਖ, ਭਾਵ ਕਿ ਕਰਤਾ ਪੁਰਖ ਨੇ ਆਪ ਹੀ ਸਾਰੇ ਜਗਤ ਨੂੰ ਬਣਾਇਆ ਹੈ। ਇਸ ਵਿੱਚ ਕਿਸੇ ਹੋਰ ਦਾ ਕੋਈ ਹੱਥ ਨਹੀਂ, ਉਹ ਇੱਕ ਪੁਰਖ ਹੀ ਇਸ ਸਭ ਦਾ ਕਰਤਾ ਹੈ। ਅਤੇ ਉਹ ਸਭ ਕੁਝ ਬਣਾ ਕੇ ਸਭ ਦੇ ਅੰਦਰ ਵਸਿਆ ਵੀ ਹੋਇਆ ਹੈ, ਉਹ ਇਸ ਤੋਂ ਬਾਹਰ ਨਹੀਂ ਹੈ। ਅਤੇ ਅਕਾਲ ਪੁਰਖ ਨਿਰਭਉ ਵੀ ਹੈ, ਭਾਵ ਕਿ ਉਸ ਨੂੰ ਕਿਸੇ ਦਾ ਭੈ ਨਹੀਂ, ਉਹ ਹਰੇਕ ਭੈ ਤੋਂ, ਡਰ ਤੋਂ ਰਹਿਤ ਹੈ ਅਤੇ ਉਸ ਦੇ ਭੈ ਵਿੱਚ ਰਹਿਣਾ ਹੀ ਸਾਨੂੰ ਫੱਬਦਾ ਹੈ। ਕਹਿਣ ਤੋਂ ਭਾਵ ਰੱਬੀ ਹੁਕਮ ਵਿੱਚ ਰਹਿਣਾ ਹੀ ਸਾਨੂੰ ਸੋਭਦਾ ਹੈ। ਸਾਰੇ ਜਗਤ ਵਿੱਚ ਉਸ ਇੱਕ ਦਾ ਹੀ ਭੈ ਚੱਲਦਾ ਹੈ, ਪਰ ਉਹ ਆਪ ਭੈ ਤੋਂ ਰਹਿਤ ਹੈ, ਉਸ ਨੂੰ ਕਿਸੇ ਦਾ ਡਰ ਨਹੀਂ, ਉਸ ਤੇ ਕਿਸੇ ਦਾ ਹੁਕਮ ਨਹੀਂ ਚੱਲਦਾ। ਅਤੇ ਅਕਾਲ ਪੁਰਖ ਨਿਰਵੈਰ ਵੀ ਹੈ, ਭਾਵ ਉਸ ਦਾ ਕਿਸੇ ਨਾਲ ਕੋਈ ਵੈਰ ਨਹੀਂ, ਵੈਰ ਕਰੇ ਵੀ ਤਾਂ ਕਿਸ ਨਾਲ ਕਰੇ, ਸਾਰੇ ਤਾਂ ਉਸ ਦੇ ਆਪਣੇ ਹਨ, ਹਰੇਕ ਅੰਦਰ ਉਹ ਆਪ ਹੈ। ਇਸ ਲਈ ਜੋ ਇਹ ਕਹਿ ਕੇ ਡਰਾਉਂਦੇ ਹਨ ਕਿ ਪਰਮਾਤਮਾ ਵੈਰੀ ਹੈ, ਮਾਰਦਾ ਹੈ, ਤਾਂ ਉਸ ਨੂੰ ਕਹਿਣਾ ਪਏਗਾ ਨਹੀਂ ਭਾਈ, ਉਹ ਤਾਂ ਨਿਰਵੈਰ ਹੈ, ਕਿਸੇ ਨਾਲ ਕੋਈ ਵੈਰ ਨਹੀਂ ਰੱਖਦਾ।
ਅਤੇ ਸਿਰਫ ਨਿਰਵੈਰ ਹੀ ਨਹੀਂ, ਕਰਤਾਰ ਤਾਂ ਅਕਾਲ ਮੂਰਤ ਵੀ ਹੈ। ਭਾਵ ਉਸ ਉੱਤੇ ਕਿਸੇ ਕਾਲ ਦਾ ਅਸਰ ਨਹੀਂ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, ਜਿਸ ਦਾ ਸਰੀਰ ਨਾਸ ਰਹਿਤ ਹੈ, ਉਹ ਅਕਾਲ ਮੂਰਤ ਹੈ। ਜੋ ਕਾਲ ਅੰਦਰ ਆਉਂਦਾ ਹੈ ਉਹ ਅਕਾਲ ਨਹੀਂ ਹੋ ਸਕਦਾ। ਅਕਾਲ ਨੂੰ ਨਾ ਤਾਂ ਕਾਲ ਆਉਂਦਾ ਹੈ ਅਤੇ ਨਾ ਹੀ ਉਸ ਦੀ ਕੋਈ ਮੂਰਤ ਬਣਾਈ ਜਾ ਸਕਦੀ ਹੈ, ਪਰ ਫਿਰ ਵੀ ਉਹ ਹਰੇਕ ਦੇ ਅੰਦਰ ਹੈ। ਅਸੀਂ ਸਾਰੇ ਦੇ ਸਾਰੇ ਕਾਲ ਦੇ ਅੰਦਰ ਆਉਂਦੇ ਹਾਂ, ਪਰ ਜੋ ਸਾਡੇ ਅੰਦਰ ਹੈ ਉਹ ਅਕਾਲ ਹੈ, ਉਹ ਕਿਸੇ ਕਾਲ ਵਿੱਚ ਨਹੀਂ ਆਉਂਦਾ। ਇਸ ਲਈ ਅਸੀਂ ਤਾਂ ਆਉਂਦੇ ਜਾਂਦੇ ਰਹਿੰਦੇ ਹਾਂ, ਪਰ ਉਹ ਸਦਾ ਰਹਿੰਦਾ ਹੈ, ਕਿਉਂਕਿ ਉਹ ਅਕਾਲ ਹੈ, ਕਾਲ ਤੋਂ ਰਹਿਤ ਹੈ ਅਤੇ ਅਜੂਨੀ ਵੀ ਹੈ। ਅਕਾਲ ਪੁਰਖ ਕਿਸੇ ਜੂਨ ਵਿੱਚ ਨਹੀਂ ਆਉਂਦਾ। ਗੁਰੂ ਸਾਹਿਬ ਨੇ ਨਿਰੰਕਾਰ ਬਾਰੇ ਇੱਕ ਚੀਜ਼ ਬਹੁਤ ਖੋਲ ਕੇ ਦੱਸ ਦਿੱਤੀ ਹੈ ਕਿ ਉਹ ਕਿਵੇਂ ਦਾ ਹੈ, ਅਤੇ ਗੁਰੂ ਸਾਹਿਬ ਇਹ ਵੀ ਫਰਮਾ ਰਹੇ ਹਨ ਕਿ ਉਹ ਅਜੂਨੀ ਵੀ ਹੈ, ਉਹ ਕਿਸੇ ਜੂਨ ਵਿੱਚ ਨਹੀਂ ਆਉਂਦਾ। ਜੇ ਕੋਈ ਕਹੇ ਕਿ ਉਹ ਜਨਮ ਲੈਂਦਾ ਹੈ ਤਾਂ ਇਹ ਵੀ ਮੰਨਣਾ ਪਏਗਾ ਕਿ ਉਹ ਮਰੇਗਾ ਵੀ, ਉਹ ਕਾਲ ਵਿੱਚ ਆਏਗਾ। ਜੋ ਕਿਸੇ ਜੂਨ ਵਿੱਚ ਆ ਗਿਆ ਫਿਰ ਉਹ ਨਾ ਅਕਾਲ ਰਿਹਾ ਨਾ ਅਜੂਨੀ। ਇਸ ਲਈ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਨਿਰੰਕਾਰ ਅਜੂਨੀ ਹੈ, ਕਿਸੇ ਜੂਨ ਵਿੱਚ ਨਹੀਂ ਆਉਂਦਾ, ਅਤੇ ਸਿਰਫ ਅਜੂਨੀ ਹੀ ਨਹੀਂ, ਉਹ ਸੈ ਭੰਗ ਵੀ ਹੈ। ਭਾਵ ਉਸ ਨੂੰ ਬਣਾਉਣ ਵਾਲਾ ਕੋਈ ਵੀ ਨਹੀਂ, ਉਹ ਆਪਣੇ ਆਪ ਤੋਂ ਬਣਿਆ ਹੈ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਨਾ ਉਸ ਦੀ ਕੋਈ ਮਾਂ ਹੈ ਨਾ ਪਿਓ ਹੈ, ਪਰ ਉਹ ਸਭ ਦਾ ਮਾਂ ਵੀ ਹੈ, ਪਿਓ ਵੀ ਹੈ। ਉਸ ਇੱਕ ਤੋਂ ਹੀ ਸਾਰਾ ਜਹਾਨ ਰੋਸ਼ਨ ਹੈ, ਹਰ ਪਾਸੇ ਚਾਨਣ ਹੈ। ਹਰੇਕ ਜੀਵ ਦੀ ਜ਼ਿੰਦਗੀ ਦਾ ਉਹ ਇੱਕ ਹੀ ਕਾਰਨ ਹੈ, ਅਕਾਲ ਪੁਰਖ। ਅਤੇ ਗੁਰੂ ਸਾਹਿਬ ਨੇ ਨਿਰੰਕਾਰ ਬਾਰੇ ਸਭ ਕੁਝ ਦੱਸ ਕੇ ਅੰਤ ਵਿੱਚ ਇਹ ਵੀ ਦੱਸਿਆ ਕਿ ਜੋ ਇੱਕ ਹੈ, ਜੋ ਖੁਦ ਤੋਂ ਬਣਿਆ ਹੈ, ਜੋ ਸਦਾ ਰਹਿਣ ਵਾਲਾ ਹੈ, ਜਿਸ ਦਾ ਕੋਈ ਆਦ ਅੰਤ ਨਹੀਂ, ਉਸ ਨੂੰ ਪਾਉਣ ਲਈ ਗੁਰੂ ਦੀ ਕਿਰਪਾ ਚਾਹੀਦੀ ਹੈ। ਇਸ ਲਈ ਮੂਲ ਮੰਤਰ ਦੇ ਅੰਤ ਵਿੱਚ ਦਰਜ ਕੀਤਾ ਹੈ ਗੁਰ ਪ੍ਰਸਾਦ। ਗੁਰੂ ਉਹ ਹੈ ਜੋ ਹਨੇਰੇ ਤੋਂ ਚਾਨਣ ਵੱਲ ਲੈ ਕੇ ਜਾਵੇ, ਭਾਵ ਜੋ ਅਗਿਆਨਤਾ ਦੇ ਹਨੇਰੇ ਤੋਂ ਗਿਆਨ ਦੇ ਚਾਨਣ ਵੱਲ ਲੈ ਕੇ ਜਾਵੇ, ਉਹ ਗੁਰੂ ਹੈ। ਅਤੇ ਪ੍ਰਸਾਦ ਦਾ ਅਰਥ ਹੈ ਕਿਰਪਾ, ਬਖਸ਼ਿਸ਼, ਭਾਵ ਜਿਸ ਅਕਾਲ ਪੁਰਖ ਦੇ ਬਾਰੇ ਜਾਣਿਆ ਹੈ ਉਸ ਨਾਲ ਇੱਕ ਹੋਣ ਦਾ ਵਸੀਲਾ ਸਿਰਫ ਤੇ ਸਿਰਫ ਗੁਰੂ ਹੈ। ਇੱਕ ਗੁਰੂ ਹੀ ਹੈ ਜੋ ਸਾਨੂੰ ਸਾਡੇ ਅੰਦਰ ਵਸਦੀ ਜੋਤ ਨਾਲ ਮਿਲਾ ਦਿੰਦਾ ਹੈ, ਅਕਾਲ ਪੁਰਖ ਨਾਲ ਇੱਕ ਕਰ ਦਿੰਦਾ ਹੈ। ਤਾਂ ਇਸ ਤੋਂ ਬਾਅਦ ਹੈ ਜਪ। ਜਪ ਇਹ ਬਾਣੀ ਦਾ ਨਾਮ ਹੈ, ਜਿਸ ਨੂੰ ਅਸੀਂ ਜਪਜੀ ਸਾਹਿਬ ਵੀ ਕਹਿੰਦੇ ਹਾਂ। ਜੇ ਸਾਨੂੰ ਅਸਲ ਵਿੱਚ ਜਪਣਾ ਸਿੱਖਣਾ ਹੈ ਕਿ ਜਪ ਕੀ ਹੈ, ਤਾਂ ਜਪਜੀ ਸਾਹਿਬ ਨੂੰ ਵਿਚਾਰਨਾ ਪਏਗਾ। ਜਦ ਪੂਰੀ ਬਾਣੀ ਨੂੰ ਮਨ ਲਾ ਕੇ ਵਿਚਾਰਿਆ ਜਾਏ ਤਾਂ ਸਮਝ ਪੈਂਦੀ ਹੈ ਕਿ ਜਪ ਕਿੰਜ ਕਰਨਾ ਹੈ। ਅਤੇ ਇਸ ਸਭ ਦੀ ਸ਼ੁਰੂਆਤ ਹੁੰਦੀ ਹੈ ਸ਼ਲੋਕ ਤੋਂ, ਜਿਸ ਵਿੱਚ ਗੁਰੂ ਪਾਤਸ਼ਾਹ ਫਰਮਾਉਂਦੇ ਹਨ ਕਿ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਭਾਵ ਜਿਸ ਨਾਲ ਜੁੜਨ ਲਈ ਗੁਰੂ ਸਾਹਿਬ ਨੇ ਇਹ ਅਣਮੁੱਲੀ ਬਾਣੀ ਜਪ ਉਚਾਰੀ ਹੈ, ਉਸ ਬਾਰੇ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਅਕਾਲ ਪੁਰਖ ਆਦ ਭਾਵ ਮੁੱਢ ਤੋਂ ਹੋਂਦ ਵਾਲਾ ਹੈ, ਜੁਗਾਦ ਭਾਵ ਜੁਗਾਂ ਦੇ ਮੁੱਢ ਤੋਂ ਮੌਜੂਦ ਹੈ, ਭਾਵ ਜੁਗਾਂ ਦੀ ਸ਼ੁਰੂਆਤ ਤੋਂ ਵੀ ਪਹਿਲਾਂ ਦਾ ਹੈ, ਅਤੇ ਹੈ ਵੀ ਇਸ ਵੇਲੇ ਵੀ ਮੌਜੂਦ ਹੈ, ਅਤੇ ਹੋਸੀ ਵੀ ਅਗਾਂਹ ਤੋਂ ਵੀ ਹੋਂਦ ਵਾਲਾ ਰਹੇਗਾ, ਸਦਾ ਰਹੇਗਾ। ਗੁਰੂ ਸਾਹਿਬ ਨੇ ਸਮਝਾਇਆ ਕਿ ਜਿਸ ਇੱਕ ਦਾ ਜਪ ਕਰਨਾ ਹੈ ਉਹ ਨਿਰੰਕਾਰ ਅਕਾਲ ਪੁਰਖ ਉਦੋਂ ਵੀ ਸੀ ਜਦੋਂ ਕੁਝ ਨਹੀਂ ਸੀ, ਅਤੇ ਹੁਣ ਵੀ ਹੈ, ਅਤੇ ਸਦਾ ਹੀ ਉਹ ਰਹੇਗਾ। ਇਹ ਜਗਤ ਆਉਂਦੇ ਜਾਂਦੇ ਰਹਿਣਗੇ, ਪਰ ਉਹ ਸਦਾ ਸੀ, ਹੈ ਤੇ ਰਹੇਗਾ। ਇਸ ਤੋਂ ਬਾਅਦ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅਕਾਲ ਪੁਰਖ ਨਾਲ ਜੁੜਨ ਲਈ ਮਨ ਨੇ ਬਹੁਤ ਯਤਨ ਕੀਤੇ, ਪਰ ਸਾਰੇ ਹੀਲੇ ਬੇਕਾਰ ਗਏ। ਕਿਹੜੇ ਕਿਹੜੇ ਤਰੀਕੇ ਵਰਤੇ, ਉਹਨਾਂ ਬਾਰੇ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਸੋਚੈ ਭਾਵ ਸੋਚ ਰੱਖਣ ਨਾਲ, ਪਵਿੱਤਰਤਾ ਕਾਇਮ ਰੱਖਣ ਨਾਲ ਵੀ ਸੋਚ ਨਹੀਂ ਰਹਿ ਸਕਦੀ। ਜਿਵੇਂ ਅੱਜ ਵੀ ਤਨ ਦੀ ਪਵਿੱਤਰਤਾ ਨੂੰ ਲੈ ਕੇ ਬਹੁਤ ਕੁਝ ਹੁੰਦਾ ਹੈ, ਬਹੁਤ ਵਿਵਾਦ ਵੀ ਹੋ ਜਾਂਦੇ ਹਨ, ਪਰ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਐ ਭਾਈ, ਸਰੀਰ ਤੋਂ ਹੇਠਾਂ ਵੀ ਕਦੇ ਜਾ, ਮਨ ਨੂੰ ਹੀ ਸਭ ਕੁਝ ਸਮਝ ਕੇ ਬੈਠਾ ਹੈ, ਮਨ ਨੂੰ ਹੀ ਪਵਿੱਤਰ ਕਰਨ ਦੇ ਯਤਨ ਕਰੀ ਜਾਂਦਾ ਹੈ। ਪਵਿੱਤਰ ਤਾਂ ਮਨ ਦੀ ਵੀ ਕਰ। ਜੇ ਮਨ ਨੂੰ ਪਵਿੱਤਰ ਨਾ ਕੀਤਾ, ਜੇ ਉਸ ਦਾ ਇਸ਼ਨਾਨ ਜਪ ਨਾਲ ਨਾ ਕਰਵਾਇਆ, ਤਾਂ ਤਨ ਨੂੰ ਭਾਵੇਂ ਕਿੰਨੇ ਯੁੱਗ ਪਵਿੱਤਰ ਕਰੀ ਜਾਓ, ਕਦੇ ਪਵਿੱਤਰ ਨਾ ਹੋ ਪਾਏਗਾ। ਇਸ ਲਈ ਜੇ ਇੱਕ ਨਾਲ ਇੱਕ ਹੋਣਾ ਹੈ, ਆਪਣਾ ਆਪ ਸਵਾਰਨਾ ਹੈ, ਤਾਂ ਮਨ ਨੂੰ ਪਵਿੱਤਰ ਕਰਨ ਦਾ ਹੀਲਾ ਕਰ। ਯਾਦ ਰੱਖ ਕੇ ਤਨ ਨੂੰ ਸੁੱਚਾ ਕੀਤਾ ਕਦੇ ਸੁਚਮਤਾ ਨਹੀਂ ਆ ਸਕਦੀ। ਹਾਂ, ਮਨ ਨੂੰ ਪਵਿੱਤਰ ਕੀਤਿਆਂ ਜ਼ਰੂਰ ਪਵਿੱਤਰਤਾ ਆ ਸਕਦੀ ਹੈ। ਇਸ ਲਈ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਉਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਚੁੱਪੈ ਚੁੱਪ
ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਗੁਰੂ ਪਿਆਰੇ, ਗੁਰੂ ਸਾਹਿਬ ਹਰ ਗੱਲ ਆਪਣੇ ਉੱਤੇ ਟੁਕਾ ਕੇ ਸਮਝਾ ਰਹੇ ਹਨ। ਕਿਸੇ ਨੂੰ ਨਿਸ਼ਾਨਾ ਬਣਾ ਕੇ ਕੋਈ ਗੱਲ ਨਹੀਂ ਕੀਤੀ ਜਾ ਰਹੀ। ਗੁਰੂ ਸਾਹਿਬ ਫਰਮਾ ਰਹੇ ਹਨ ਕਿ ਜੇ ਮੈਂ ਸਰੀਰ ਦੀ ਲਿਵਤਾਰ ਭਾਵ ਲਗਾਤਾਰ ਇੱਕ ਤਾਰ ਸਮਾਧੀ ਲਾਈ ਰੱਖਾਂ, ਚੁੱਪ ਧਾਰੀ ਰੱਖਾਂ, ਪਰ ਇੰਜ ਕੀਤਿਆਂ ਵੀ ਮਨ ਪਵਿੱਤਰ ਨਹੀਂ ਹੁੰਦਾ, ਇੰਜ ਕੀਤਿਆਂ ਵੀ ਮਨ ਚੁੱਪ ਨਹੀਂ ਹੁੰਦਾ। ਤਨ ਨੂੰ ਚੁੱਪ ਕਰਾਉਣ ਨਾਲ ਮਨ ਕਦੇ ਚੁੱਪ ਨਹੀਂ ਕਰਦਾ। ਮਨ ਤਾਂ ਕੁਝ ਨਾ ਕੁਝ ਅੰਦਰ ਬੋਲਦਾ ਹੀ ਰਹਿੰਦਾ ਹੈ। ਹਾਂ, ਮਨ ਨੂੰ ਚੁੱਪ ਕਰਾਇਆ ਭਾਵ ਮਨ ਨੂੰ ਵਿਕਾਰਾਂ ਵਾਲੇ ਪਾਸਿਓਂ ਮੋੜਿਆ, ਮਨ ਚੁੱਪ ਜ਼ਰੂਰ ਕਰ ਜਾਂਦਾ ਹੈ, ਮਨ ਸ਼ਾਂਤ ਜ਼ਰੂਰ ਹੋ ਜਾਂਦਾ ਹੈ। ਇਹ ਸਾਰਾ ਜੋ ਮਨ ਅੰਦਰ ਸ਼ੋਰ ਸ਼ਰਾਬਾ ਹੈ ਉਹ ਵਿਕਾਰਾਂ ਦਾ ਹੈ। ਜਦ ਵਿਕਾਰ ਮਨ ਅੰਦਰੋਂ ਗੁਰ ਪ੍ਰਸਾਦ ਨਾਲ ਦੂਰ ਹੋ ਜਾਣ ਤਾਂ ਫਿਰ ਹਮੇਸ਼ਾ ਮਨ ਸ਼ਾਂਤ ਰਹਿੰਦਾ ਹੈ। ਪਰ ਜ਼ਬਰਦਸਤੀ ਤਨ ਨੂੰ ਸਮਾਧੀ ਲਾਇਆ ਇਹ ਅਵਸਥਾ ਨਹੀਂ ਮਿਲਦੀ। ਇਸ ਤੋਂ ਇਲਾਵਾ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਜਦ ਤੱਕ ਮਨ ਚੁੱਪ ਨਾ ਹੋਏ ਉਦੋਂ ਤੱਕ ਮਨ ਵਿਕਾਰਾਂ ਕਾਰਨ ਕੁਝ ਨਾ ਕੁਝ ਅੰਦਰ ਬੋਲਦਾ ਹੀ ਰਹੇਗਾ, ਕੁਝ ਨਾ ਕੁਝ ਮੰਗਦਾ ਹੀ ਰਹੇਗਾ। ਅਤੇ ਜੋ ਹੋਰ ਮੰਗਣ ਦੀ ਆਦਤ ਹੈ ਇਸ ਨੂੰ ਤ੍ਰਿਸ਼ਨਾ ਕਹਿੰਦੇ ਹਨ। ਜਿਵੇਂ ਕਿ ਗੁਰੂ ਸਾਹਿਬ ਫਰਮਾ ਰਹੇ ਹਨ ਕਿ ਜਦ ਮਨ ਭੁੱਖਾ ਹੁੰਦਾ ਭਾਵ ਮਨ ਅੰਦਰ ਲਾਲਚ ਹੋਵੇ, ਤ੍ਰਿਸ਼ਨਾ ਹੋਵੇ, ਫਿਰ ਇਸ ਅੱਗ ਨੂੰ ਲੱਖਾਂ ਪਦਾਰਥ ਦੇ ਕੇ ਵੀ ਬੁਝਾਇਆ ਨਹੀਂ ਜਾ ਸਕਦਾ। ਇਸ ਅੱਗੇ ਭਾਵੇਂ ਸਾਰੇ ਨਗਰ ਦੇ ਪਦਾਰਥ ਢੇਰੀਆਂ ਲਾ ਕੇ ਰੱਖ ਦਿਓ, ਫਿਰ ਵੀ ਭੁੱਖੇ ਦੀ ਭੁੱਖ ਦੂਰ ਨਹੀਂ ਹੁੰਦੀ। ਮਨ ਦੀ ਭੁੱਖ ਦੂਰ ਹੁੰਦੀ ਹੈ ਜਦ ਮਨ ਨੂੰ ਸਬਰ ਸੰਤੋਖ ਵਰਗੇ ਗੁਣ ਮਿਲਦੇ ਹਨ। ਇਸ ਤੋਂ ਪਹਿਲਾਂ ਮਨ ਉਸ ਬਲਦੀ ਅੱਗ ਵਰਗਾ ਹੁੰਦਾ ਜਿਸ ਵਿੱਚ ਜਿੰਨਾ ਮਰਜ਼ੀ ਕੁਝ ਪਾਈ ਜਾਓ ਇਹ ਸਾੜੀ ਜਾਏਗਾ। ਇਸ ਲਈ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਭੁੱਖ ਪਦਾਰਥਾਂ ਦੇ ਢੇਰ ਨਾਲ ਨਹੀਂ ਬਲਕਿ ਗੁਰੂ ਦੇ ਪ੍ਰਸਾਦ ਨਾਲ, ਜਪ ਨਾਲ ਦੂਰ ਹੁੰਦੀ ਹੈ। ਜਦ ਮਨ ਅੰਦਰ ਗੁਣ ਆਉਂਦੇ ਹਨ ਤਾਂ ਮਨ ਤ੍ਰਿਪਤ ਹੁੰਦਾ ਹੈ, ਮਨ ਰਚਦਾ ਹੈ। ਇਸ ਤੋਂ ਇਲਾਵਾ ਇੱਕ ਹੋਰ ਵਿਕਾਰ ਹੈ ਜਿਸ ਤੋਂ ਗੁਰੂ ਸਾਹਿਬ ਵਰਜਦੇ ਹਨ, ਉਹ ਹੈ ਚਲਾਕੀ। ਸਹਸ ਸਿਆਣਪਾਂ ਲੱਖ ਹੋ ਤਾਂ ਇੱਕ ਨਾ ਚੱਲੈ ਨਾਲ। ਗੁਰੂ ਸਾਹਿਬ ਫਰਮਾ ਰਹੇ ਹਨ ਕਿ ਜੇ ਮੇਰੇ ਵਿੱਚ ਲੱਖਾਂ ਚਤੁਰਾਈਆਂ ਹੋਵਣ, ਸਿਆਣਪਾਂ ਹੋਵਣ ਤਾਂ ਇੱਕ ਵੀ ਚਤੁਰਾਈ ਉਸ ਅੱਗੇ ਨਹੀਂ ਚੱਲਦੀ। ਕਿਉਂਕਿ ਸਾਡੀਆਂ ਚਤੁਰਾਈਆਂ ਸਿਆਣਪਾਂ ਲੋਕਾਂ ਨੂੰ ਤਾਂ ਮੂਰਖ ਬਣਾ ਸਕਦੀਆਂ ਹਨ ਪਰ ਉਸ ਨੂੰ ਨਹੀਂ ਜੋ ਮਨ ਦੀ ਹਰ ਇੱਕ ਗੱਲ ਨੂੰ ਜਾਣਦਾ ਹੈ। ਉਸ ਨੂੰ ਨਾ ਤਾਂ ਮੂਰਖ ਬਣਾਇਆ ਜਾ ਸਕਦਾ ਹੈ, ਨਾ ਹੀ ਆਪਣੀਆਂ ਸਿਆਣਪਾਂ ਰਾਹੀਂ ਪਾਇਆ ਜਾ ਸਕਦਾ ਹੈ। ਉਸ ਨਾਲ ਇੱਕ ਹੋਣ ਲਈ ਤਾਂ ਸਾਰੀਆਂ ਸਿਆਣਪਾਂ ਤਿਆਗਣੀਆਂ ਪੈਂਦੀਆਂ ਹਨ। ਜਦ ਤੱਕ ਅਸੀਂ ਹਾਂ ਉਦੋਂ ਤੱਕ ਉਹ ਨਹੀਂ ਹੈ। ਜਦ ਅਸੀਂ ਮੁੱਕ ਜਾਂਦੇ ਹਾਂ ਭਾਵ ਜਦੋਂ ਅੰਦਰੋਂ ਮੈਂ, ਮੇਰੀ, ਅਹੰਕਾਰ ਆਦਿ ਮੁੱਕ ਜਾਂਦਾ ਉਦੋਂ ਅਕਾਲ ਪੁਰਖ ਮਨ ਅੰਦਰ ਆਪਣੇ ਆਪ ਪ੍ਰਗਟ ਹੋ ਜਾਂਦਾ ਹੈ। ਸੋ ਲੋੜ ਹੈ ਤਾਂ ਆਪਣੀ ਚਤੁਰਾਈ ਛੱਡਣ ਦੀ। ਜੇ ਇੰਜ ਹੀ ਚਲਾਕ ਬਣੇ ਰਹੇ, ਹੰਕਾਰੀ ਬਣੇ ਰਹੇ ਤਾਂ ਕੁਝ ਵੀ ਹਾਸਲ ਨਾ ਕਰ ਪਾਵਾਂਗੇ। ਜਦ ਕਦੇ ਮਨ ਇਸ ਹਾਲਾਤ ਤੱਕ ਪਹੁੰਚਦਾ ਹੈ ਕਿ ਮੇਰੀ ਸਿਆਣਪ ਨਾਲ, ਚੁੱਪ ਨਾਲ, ਭੁੱਖ ਨਾਲ ਜੇ ਮਨ ਸੁੱਚਾ ਨਹੀਂ ਬਣਦਾ ਤਾਂ ਕਿੰਜ ਬਣਦਾ ਹੈ, ਕਿੰਜ ਇਹ ਸੱਚਾ ਬਣੇਗਾ, ਕਿੰਜ ਇਸ ਦੇ ਅੰਦਰੋਂ ਵਿਕਾਰ ਦੂਰ ਹੋਣਗੇ। ਇਸ ਸਵਾਲ ਨੂੰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਭਾਵ ਕਿਵੇਂ ਸਚਿਆਰਾ ਬਣੀਏ, ਕਿਵੇਂ ਸੱਚ ਦਾ ਹਿੱਸਾ ਬਣੀਏ, ਕਿਵੇਂ ਆਪਣੇ ਅੰਦਰੋਂ ਵਿਕਾਰਾਂ ਦੀ ਕੰਧ ਨੂੰ ਢਾਹ ਕੇ ਇੱਕ ਨਾਲ ਇੱਕ ਹੋ ਜਾਈਏ। ਇਹ ਸਵਾਲ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਹੈ ਕਿ ਕਦੋਂ ਮਨ ਠੀਕ ਹੋਏਗਾ, ਕਦੋਂ ਇਹ ਸੱਚ ਦੇ ਰਸਤੇ ਤੇ ਤੁਰੇਗਾ, ਕਦੋਂ ਅੰਦਰ ਜਗਦੀ ਜੋਤ ਨੂੰ ਦੇਖੇਗਾ। ਇਹੋ ਜਿਹੇ ਬਹੁਤ ਸਾਰੇ ਸਵਾਲਾਂ ਦਾ ਇੱਕ ਬੜਾ ਹੀ ਸੋਹਣਾ ਜਵਾਬ ਗੁਰੂ ਸਾਹਿਬ ਪਹਿਲੀ ਪੌੜੀ ਦੀ ਆਖਰੀ ਪੰਕਤੀ ਅੰਦਰ ਫਰਮਾਉਂਦੇ ਹਨ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਵਾਲ ਦਾ ਜਵਾਬ ਗੁਰੂ ਸਾਹਿਬ ਦਿੰਦੇ ਹਨ ਕਿ ਇਹ ਪਾਲ, ਕੰਧ, ਪਰਦਾ ਮਨ ਵਿੱਚ ਦੂਰ ਕਰਨ ਦਾ ਇੱਕ ਹੀ ਤਰੀਕਾ ਹੈ, ਵਿਧੀ ਹੈ, ਉਹ ਹੈ ਅਕਾਲ ਪੁਰਖ ਦੇ ਹੁਕਮ ਵਿੱਚ ਤੁਰਨਾ। ਇਹੀ ਇੱਕ ਐਸੀ ਵਿਧੀ ਹੈ, ਤਰੀਕਾ ਹੈ ਜੋ ਧੁਰ ਤੋਂ ਹੀ, ਜਦ ਤੋਂ ਜਗਤ ਬਣਿਆ ਹੈ ਉਦੋਂ ਤੋਂ ਲਿਖਿਆ ਹੋਇਆ ਹੈ। ਇਹ ਹਰੇਕ ਦੇ ਧੁਰ ਅੰਦਰ ਲਿਖਿਆ ਹੋਇਆ ਹੈ ਕਿ ਰੱਬੀ ਹੁਕਮ ਵਿੱਚ ਤੁਰ ਕੇ ਹੀ ਕੂੜ ਦੀ ਪਾਲ ਦੂਰ ਹੁੰਦੀ ਹੈ, ਮਨ ਦਾ ਪਰਦਾ, ਮਨ ਦੀ ਕੰਧ ਦੂਰ ਹੁੰਦੀ ਹੈ। ਗੁਰੂ ਪਿਆਰੇ, ਜਦ ਤੱਕ ਆਪਣੇ ਹੁਕਮ ਵਿੱਚ ਮਨ ਦੀ ਮਰਜ਼ੀ ਨਾਲ, ਲੋਕਾਂ ਦੀ ਸਲਾਹ ਨਾਲ, ਵਿਕਾਰਾਂ ਦੇ ਸਹਾਰੇ ਚੱਲਦੇ ਰਹਾਂਗੇ ਤਾਂ ਕਿਤੇ ਨਾ ਪਹੁੰਚ ਪਾਵਾਂਗੇ। ਉਲਟਾ ਹੋਰ ਰੋਗ ਮਨ ਨੂੰ ਲਾ ਲਵਾਂਗੇ। ਪਰ ਜੇ ਰੱਬ ਦੇ ਹੁਕਮ ਨੂੰ ਸਮਝ ਕੇ ਚੱਲਾਂਗੇ ਤਾਂ ਜੀਵਨ ਮਨੋਰਥ ਪਾ ਲਾਂਗੇ, ਅਕਾਲ ਪੁਰਖ ਨੂੰ ਹੀ ਪਾ ਲਵਾਂਗੇ, ਸੱਚੇ ਬਣ ਜਾਵਾਂਗੇ। ਸੋ ਗੁਰੂ ਪਿਆਰਿਓ, ਇਹ ਸੀ ਪਹਿਲੀ ਪੌੜੀ ਜਿਸ ਵਿੱਚ ਗੁਰੂ ਸਾਹਿਬ ਨੇ ਸਾਨੂੰ ਬਹੁਤ ਸਾਰੇ ਵਹਿਮਾਂ, ਭਰਮਾਂ ਤੇ ਚਲਾਕੀਆਂ ਤੋਂ ਹਟਾ ਕੇ ਇੱਕ ਦਾ ਜਪ ਕਰਨ ਲਈ ਕਿਹਾ ਤੇ ਸਮਝਾਇਆ ਹੈ ਕਿ ਕਰਤਾਰ ਨਾਲ ਇੱਕ ਹੋਣਾ ਹੈ
ਤਾਂ ਹੁਕਮ ਵਿੱਚ ਚੱਲ, ਰਜ਼ਾ ਵਿੱਚ ਤੁਰ ਅਤੇ ਹੁਕਮ ਦਾ ਹੋਰ ਵਿਸਤਾਰ ਗੁਰੂ ਸਾਹਿਬ ਦੂਜੀ ਪੌੜੀ ਅੰਦਰ ਕਰਦੇ ਹਨ, ਜਿਸ ਦੀ ਵਿਚਾਰ ਅਗਲੀ ਵੀਡੀਓ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਅੰਤ ਵਿੱਚ ਹੋਈਆਂ ਸਭ ਗਲਤੀਆਂ ਦੀ ਮੈਂ ਮਾਫੀ ਚਾਹੁੰਦਾ ਅਤੇ ਗੁਰੂ ਸਾਹਿਬ ਦਾ ਧੰਨਵਾਦ ਕਰਦਾ ਹਾਂ ਇੰਨੀ ਪਿਆਰੀ ਵਿਚਾਰ ਦੇਣ ਲਈ, ਅਤੇ ਆਪ ਸਭ ਸੰਗਤ ਦਾ ਵੀ ਇਸ ਵਿਚਾਰ ਨੂੰ ਸੁਣਨ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।